ਬਿਸਮਿਲ੍ਲਾ ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਮਲਤੀਫ ਤੇ ਅੱਜ ਸਾਡਾ ਦਿਲ ਹੈਗਾ ਕਿ ਥੋੜਾ ਜਿਹਾ ਨਾ ਡਾਕੂਮੈਂਟ ਕਰੀਏ ਨੇ ਡਾਕੂਮੈਂਟਰੀਆਂ ਵੀ ਹੁੰਦੀਆਂ ਨਾ ਤੁਹਾਨੂੰ ਪਤਾ ਨਾ ਅਦੀਬ ਸ਼ਾਇਰ ਸਹਾਫੀ ਕੁਝ ਬੰਦੇ ਅਸੀਂ ਬੁਲਾਉਂਦੇ ਆ ਜਿਹੜੇ ਆਪਣੇ ਆਪਣੇ ਸ਼ੋਬੇ ਦੇ ਮਾਹਿਰ ਹੋਣ ਤੇ ਕੁਝ ਇਹ ਵੀ ਤੱਕਣ ਵਾਲੇ ਕਿ ਜਿਹੜੇ ਆਪਣੇ ਆਪਣੇ ਸ਼ੋਬੇ ਦੇ ਮਾਹਿਰ ਵੀ ਹੋਣ ਤੇ ਜ਼ਰਾ ਥੋੜੇ ਜਿਹਨੂੰ ਕਹਿੰਦੇ ਨਾ ਕੱਬੇ ਵੀ ਹੋਣ ਕੱਬੇ ਪੰਜਾਬੀ 'ਚ ਹੁੰਦਾ ਨਾ ਤੁਹਾਨੂੰ ਨਹੀਂ ਸਮਝ ਆਉਂਦੀ ਜ਼ਰਾ ਥੋੜੇ ਜਿਹੇ ਡਾਢੇ ਲੋਕ ਜ਼ਰਾ ਲੜ ਭੇੜ ਵੀ ਕਰ ਲੈਣ ਗੱਲ ਵੀ ਕਰ ਲੈਣ ਜ਼ਰਾ ਖਰੇ ਖਰੋਟ ਬੰਦੇ ਉਹ ਵੀ ਚਾਹੀਦੇ ਨੇ ਸਾਨੂੰ ਤੇ ਉਹਦੇ ਵਾਸਤੇ ਮੈਂ ਬੰਦੇ ਢੂੰਡਦਾ ਰਹਿਣਾ ਤੇ ਅੱਜ ਸਾਨੂੰ ਇੱਕ ਸਾਡਾ ਯਾਰ ਪੁਰਾਣਾ ਲੱਭ ਗਿਆ ਉਹਦਾ ਨਾਂ ਹੈ ਜ਼ੁਬੈਰ ਮੁਨੱਵਰ ਤੇ ਜ਼ੁਬੈਰ ਮੁਨੱਵਰ ਕੋਲ ਪੁੱਛਣੇ ਇਹ ਜ਼ੁਬੈਰ ਮੁਨੱਵਰ ਜਿਹੜਾ ਸਾਨੂੰ ਮੈਨੂੰ ਤਾਂ ਪਤਾ ਹੈ ਤੇ ਆਮ ਬੰਦਿਆਂ ਨੂੰ ਵੀ ਥੋੜਾ ਦੱਸੀਏ ਕੌਣ ਜ਼ੁਬੈਰ ਮੁਨੱਵਰ ਜੀ ਉਹ ਉਹਦਾ ਫੈਮਿਲੀ ਬੈਕਗਰਾਉਂਡ ਕੀ ਹੈ ਉਹ ਕੀ ਕਰਦਾ ਰਿਹਾ ਹੈ ਕੀ ਕਰਦਾ ਰਿਹਾ ਤੇ ਕੀ ਨਹੀਂ ਕਰਦਾ ਰਿਹਾ ਹਾਂਜੀ ਜ਼ੁਬੈਰ ਮੁਨੱਵਰ ਜੀ अस्सलाम वालेकुम जी बहुत शुक्रिया अहमद अतीफ साहब ते सवाल खासा मुश्किल तुसी पूछा है मैं कुछ भी नहीं करता रहा माशाल्लाह जो लोग कुछ नहीं करते कमाल करते हैं बस है थोड़ा वड्डापन है लेकिन है कि अपना ऐ समझ तो बाहर है कि कित्थों कहानी शुरू करिए वाह ते कहानी जिहड़ी है ਉਹਦੇ ਵਿੱਚ ਮੋੜ ਆਉਂਦੇ ਨੇ ਉਹ ਜਿਹੜੇ ਮੋੜ ਹੁੰਦੇ ਨੇ ਨਾ ਉਹਦੇ ਵਿੱਚ ਪੁੱਛਣਾ ਪੈਂਦਾ ਰਾਹ ਪੁੱਛਣਾ ਚਾਹੀਦਾ ਪਿੰਡ ਇੰਨੇ ਲੰਮੇ ਹੁੰਦੇ ਨੇ ਕਿ ਉਹਨਾਂ ਪਿੰਡਾਂ 'ਚ ਪਿੰਡ ਬੜੇ ਪੈਂਦੇ ਨੇ ਹਾਏ ਹਾਏ ਔਰ ਪਿੰਡ ਜਿਹੜੇ ਨੇ ਉਹ ਸਰਦੀਆਂ ਗਰਮੀਆਂ ਦੇ ਵਿੱਚ ਕਦੇ ਠਰਦੇ ਨੇ ਤੇ ਕਦੇ ਜਿਹੜੇ ਪਸੀਨੇ ਛੁੱਟਦੇ ਅੱਛਾ ਪਿੰਡ ਵੀ ਪੈਂਦੇ ਨੇ ਤੇ ਪਿੰਡੇ ਵੀ ਠਰਦੇ ਨੇ ਤੇ ਮੈਂ ਘਰ ਵਿੱਚ ਸਭ ਤੋਂ ਛੋਟਾ ਤਾਂ ਮੇਰੇ ਹਿੱਸੇ ਵੀ ਮਾਂ ਆਈ ਸਾਨੂੰ ਲਾ ਕੇ ਰੱਖ ਦਿੱਤਾ ਤੁਸੀਂ ਇਹ ਵੀ ਗੱਲਾਂ ਸੁਣਨੀਆਂ ਨੇ ਮੈਂ ਪਰ ਮੇਰੇ ਵਾਸਤੇ ਮਸਲਾ ਪਤਾ ਕੀ ਹੈ ਇਹ ਕਿੱਥੇ ਪੜ੍ਹਦਾ ਰਿਹਾ ਬੰਦਾ ਇਹ ਕਿਹਦੇ ਨਾਲ ਪੜ੍ਹਦਾ ਰਿਹਾ ਹੈ ਕਿਹਨਾਂ ਕੋਲੋਂ ਸਿੱਖਦਾ ਰਿਹਾ ਹੈ ਇਹ ਵੀ ਥੋੜਾ ਦੱਸੋ ਨਾ ਸਾਨੂੰ ਅੱਛਾ ਇਹ ਇੱਕ ਬੜੇ ਇਜਾਜ਼ ਦੀ ਗੱਲ ਹੈ ਕਿ ਇੱਥੇ ਇਸਲਾਮਾਬਾਦ ਦੇ ਵਿੱਚ ਹੀ ਜ਼ਾਹਿਰ ਮੈਂ ਪੈਦਾ ਹੋਇਆ ਇੱਥੇ ਰਿਹਾ ਔਰ ਫਿਰ ਜ਼ਿਆਦਾਤਰ ਅਰਸਾ ਜਿਹੜਾ ਹੈ ਉਹ ਵਾਲਿਦ ਸਾਹਿਬ ਕਿਉਂਕਿ ਆਰਮੀ 'ਚ ਸਨ ਠੀਕ ਤੇ ਫਿਰ ਆਪਣਾ ਘਰ ਬਣਾਇਆ ਉੱਧਰ ਯਾਨੀ ਡਿਫੈਂਸ 'ਚ ਤੇ ਜ਼ਿਆਦਾ ਜਿਹੜੀ ਪੋਲਿਸ਼ ਮੈਨੂੰ ਜ਼ਿਆਦਾ ਕੀਤਾ ਉਹ ਆਰਮੀ ਨੇ ਕੀਤਾ ਠੀਕ ਤੇ ਆਰਮੀ ਬੈਕਗ੍ਰਾਉਂਡ ਜਿਹੜਾ ਹੈ ਉਹ ਬੜਾ ਇੱਕ ਖਾਸ ਹੁੰਦਾ ਅੱਛਾ ਸਕੂਲਿੰਗ ਜਿਹੜੀ ਅੱਛਾ ਉਸ ਤੋਂ ਪਿੱਛੇ ਵੀ ਇੱਕ ਬੈਕਗ੍ਰਾਉਂਡ ਜੇ ਉਹ ਅਨਵਰ ਮਕਸੂਦ ਸਾਹਿਬ ਜਿਹੜਾ ਦੱਸਦੇ ਨੇ ਉਹ ਵੀ ਦੱਸਣਾ ਜੇ ਸਾਨੂੰ ਹਾਂ ਉਹ ਵੀ ਮੈਂ ਪੁੱਛਣਾ ਤੁਹਾਡੇ ਕੋਲੋਂ ਸਹੀ ਹੈ ਜੀ ਬਿਸਮਿਲ੍ਲਾ ਅੱਛਾ ਇਹ ਕਹਾਣੀਆਂ ਤੇ ਜਿਹੜੀਆਂ ਨੇ ਉਹ ਬੜੀਆਂ ਪੁਰਾਣੀਆਂ ਫਿਰ ਬਹੁਤ ਦੂਰ ਤੁਸੀਂ ਲੈ ਕੇ ਕਿ ਵਾਲਿਦ ਸਾਹਿਬ ਸਾਨੂੰ ਦੱਸਿਆ ਕਰਦੇ ਸਨ ਵਾਲਿਦ ਸਾਹਿਬ ਘਰ ਸਭ ਤੋਂ ਵੱਡੇ ਸਨ ਔਰ ਮਤਲਬ ਭਰਾਵਾਂ 'ਚ ਸਭ ਤੋਂ ਵੱਡੇ ਸਨ ਠੀਕ ਤੇ 4 ਭੈਣਾਂ ਤੋਂ ਛੋਟੇ ਸਨ ਠੀਕ ਦਾਦਾ ਜੀ ਮੇਰੇ ਜਿਹੜੇ ਸਨ ਉਹ ਗਵਰਨਮੈਂਟ ਕੰਟਰੈਕਟਰ ਸਨ ਬ੍ਰਿਟਿਸ਼ ਇੰਡੀਆ ਦੇ और ना सिर्फ है कि गवर्नमेंट कॉन्ट्रैक्टर सन बल्कि ਉਹ ਥਾਰਾਵਾਡੀ ਇੱਕ ਪਲੇਸ ਹੈ ਬਰਮਾ ਦੇ ਵਿੱਚ ਠੀਕ ਮੌਜੂਦਾ ਮਿਆਂਮਾਰ ਰੰਗੂਨ ਤੋਂ ਕੁਝ ਫਾਸਲੇ ਤੇ ਥਾਰਾਵਾਡੀ ਇੱਕ ਜਗ੍ਹਾ ਥਾਰਾਵਾਡੀ ਦੇ ਵਿੱਚ ਉਹ ਰਹਿੰਦੇ ਸਨ ਔਰ ਉੱਥੇ ਉਹ ਕੰਟਰੈਕਟਸ ਜਿਹੜੇ ਹੁੰਦੇ ਸਨ ਉਹ ਕਰਦੇ ਸਨ ਹੁਣ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਕੰਮ ਸੀ ਅੱਛਾ ਉਸ ਕੰਮ ਤੋਂ ਪਹਿਲਾਂ ਵੀ ਉਹਨਾਂ ਨੇ ਬੇਸ਼ੁਮਾਰ ਕੰਮ ਕੀਤੇ ਜਿਹਦੇ ਵਿੱਚ ਉਹਨਾਂ ਨੂੰ 1931 ਦੇ ਵਿੱਚ ਖਾਨ ਸਾਹਿਬ ਦਾ ਖਿਤਾਬ ਮਿਲਿਆ ਠੀਕ ਉਹਦੇ ਬਾਅਦ ਉਹਨਾਂ ਦੇ ਦੂਸਰੇ ਸਾਹਿਬਜ਼ਾਦੇ ਮਤਲਬ ਦਾਦਾ ਜੀ ਮਾਸ਼ਾਅੱਲਾ ਜਿਹੜੇ ਸਨ ਨਾ ਸਾਡੀਆਂ ਦਾਦੀਆਂ ਇੱਕ ਇੱਕ ਕਰਕੇ ਫੌਤ ਹੁੰਦੀਆਂ ਰਹੀਆਂ ਜਿਹੜੀ ਤੇ ਦਾਦਾ ਜੀ ਵਿਆਹ ਕਰਦੇ ਰਹੇ ਤੇ ਜਿਹੜੀਆਂ ਪਹਿਲੀਆਂ ਦਾਦੀਆਂ ਸਨ ਦੋ ਉਹਨਾਂ ਚੋਂ ਇੱਕ ਦਾਦੀ ਚੋਂ ਜਿਹੜੇ ਤਾਇਆ ਜੀ ਸਨ ਸਾਡੇ ਉਹ ਉਹਨਾਂ ਨੂੰ ਵੀ ਖਾਨ ਸਾਹਿਬ ਦਾ ਖਿਤਾਬ ਮਿਲਿਆ ਠੀਕ ਅੱਛਾ ਅੱਜ ਵੀ ਸਾਡੇ ਪਿੰਡ ਦੇ ਵਿੱਚ 1931 ਦਾ ਉਹ ਬੋਰਡ ਲੱਗਾ ਦਾ ਘਰ ਦੇ ਬਾਹਰ ਕਿਹੜਾ ਪਿੰਡ ਹੈ ਜੀ ਦੇਖੋ ਨਾਰੋਵਾਲ ਤੋਂ ਅੱਗੇ ਆਹਾ ਇੱਕ ਜਗ੍ਹਾ ਹੈ ਤੇ ਹੁਣ ਇਹ ਮੈਂ ਤੁਹਾਨੂੰ ਬਾਅਦ ਚ ਦੱਸਣਾ ਕਿ ਕਿਹੜਾ ਪਿੰਡ ਹੈ ਤੇ ਐਸਾ ਪਿੰਡ ਹੈ ਕਿ ਜਿੱਥੇ 100% ਸਾਡਾ ਲਿਟਰੇਸੀ ਰੇਟ ਹੈ ਵਾਹ ਬਈ ਵਾਹ ਇਹ और 100% लिटरेसी रेट
या MSc या MA, है ਇਸ ਤੋਂ ਨੀਚੇ ਨਹੀਂ ਹੈ। ਬੱਲੇ ਭਾਈ। 2 ਭਰਾ ਸਨ, हजरत शाह गरीब रहमतुल्लाह अलैह ਤੇ हजरत शाह जलील रहमतुल्लाह अलैह। ਵਾਹ ਭਾਈ ਵਾਹ। ਜਿਹੜੇ ਛੋਟੇ ਸਨ ਉਹਨਾਂ ਦੀ ਔਲਾਦ ਚੋਂ ਅਸੀਂ। ਅੱਛਾ, ਮੈਂ ਦਾਦਾ ਜੀ ਦੀ ਤੁਹਾਨੂੰ ਗੱਲ ਦੱਸ ਰਿਹਾ ਸਾਂ। ਅੱਛਾ। ਜਿਹੜੀ ਉਹਨਾਂ ਦੀ ਤੀਸਰੀ ਵਾਈਫ ਸਨ, ਯਾਨੀ ਸਾਡੀ ਰੀਅਲ ਦਾਦੀ, ਦਾਦੀ ਅੰਮਾ ਜਿਹੜੇ ਸਨ ਉਹ ਜਿਹੜੇ ਸਨ ਇਸੇ ਤਰ੍ਹਾਂ ਪਾਲਦੇ ਰਹੇ। ਮੇਰੇ ਵਾਲਿਦ ਸਾਹਿਬ ਜ਼ਾਹਿਰ ਹੈ ਕਿ ਆਪਣਾ ਔਲਾਦ 'ਚ ਬੇਟਿਆਂ 'ਚ ਸਭ ਤੋਂ ਵੱਡੇ ਸਨ ਔਰ ਬੜੇ ਲਾਇਕ। ਠੀਕ। ਹੁਣ ਹੁੰਦਾ ਹੈ ਕਿ ਜੰਗ ਲੱਗ ਜਾਂਦੀ ਹੈ, ਹਾਏ ਹਾਏ, ਸੈਕੰਡ ਵਰਲਡ ਵਾਰ। ਮੇਰੇ ਦਾਦਾ ਜੀ ਦਾ ਘਰ ਤਕਰੀਬਨ ਕੋਈ 2 ਫੁੱਟਬਾਲ ਗਰਾਊਂਡ ਲੰਬਾ, 2 ਫੁੱਟਬਾਲ ਗਰਾਊਂਡ ਚੌੜਾ। ਵਾਹ। ਕੋਈ ਬੜਾ ਵੱਡਾ, ਕੋਈ 40-45 ਉਹਨਾਂ ਦੇ ਸਰਵੈਂਟਸ। ਜੇ ਤਸਵੀਰਾਂ ਉਹਨਾਂ ਦੀਆਂ ਦੇਖੋ, ਪੈਂਟ ਕੋਟ ਟਾਈ ਦੇ ਵਿੱਚ ਤੇ ਬੋ ਟਾਈ ਦੇ ਨਾਲ ਸਾਡੇ ਬਟਲਰਸ ਵਗੈਰਾ ਹੁੰਦੇ ਸਨ। ਦੂਸਰੀ ਜਾਨਿਬ ਜਦੋਂ ਸਾਦਗੀ ਦੇਖੋ ਤੇ ਸਾਦਗੀ ਦਾ ਆਲਮ ਕਿ ਸਭ ਦੇ ਨਾਲ ਉਸੇ ਤਰ੍ਹਾਂ ਉੱਠਣਾ ਬੈਠਣਾ। ਤੀਸਰੀ ਚੀਜ਼ ਦੇਖੋ ਕਿ ਮੇਰੇ ਵਾਲਿਦ ਸਾਹਿਬ ਦੀ ਸਕੂਲਿੰਗ ਉਸ ਸਕੂਲ 'ਚ ਹੋਈ ਜਿੱਥੇ ਲਾਰਡ ਮਾਊਂਟਬੈਟਨ ਦੀਆਂ 2 ਬੇਟੀਆਂ ਪੜ੍ਹਦੀਆਂ ਸਨ। ਠੀਕ। ਤੇ ਲਾਰਡ ਮਾਊਂਟਬੈਟਨ ਦਾ ਘਰ ਜਿਹੜਾ ਸੀ ਦਾਦਾ ਜੀ ਤੋਂ ਦੂਸਰਾ ਜਾਂ ਤੀਸਰਾ ਘਰ ਸੀ। ਠੀਕ। ਔਰ ਜਿਹਦੇ ਵਿੱਚ ਤੁਸੀਂ ਕਾਇਦਨ ਨੂੰ ਦੇਖਦੇ ਹੋ ਕਿ ਹੱਥ ਰੇਹੜੀ ਦੇ ਨਾਲ ਬੰਦਾ ਉਹ ਰੇੜਦਾ, ਉਹ ਜਿਹੀਆਂ 2 ਰੇਹੜੀਆਂ ਉਸ ਵੇਲੇ ਮੌਜੂਦ ਸਨ ਉਹਨਾਂ ਦੇ ਘਰ 'ਚ। ਜੰਗੇ ਅਜ਼ੀਮ ਦੋਮ, ਥਾਰਾਵਾਡੀ। ਹੁਣ ਜਾਪਾਨ ਦੇ ਹਮਲੇ ਦਾ ਖਤਰਾ ਹੈ ਬ੍ਰਿਟਿਸ਼ ਗਵਰਨਮੈਂਟ ਨੂੰ। ਦਾਦਾ ਜੀ ਨੇ ਆਪਣੀ ਜੇਬ ਚੋਂ ਕੋਈ 300 ਪਾਉਂਡ ਦੇ ਕਰੀਬ ਲਾਇਆ ਤੇ ਯਾਨੀ 3 ਲੱਖ ਪਾਉਂਡ, ਸੌਰੀ ਮੈਂ 300 ਪਾਉਂਡ ਕਹਿ ਗਿਆ, ਗਲਤ ਕਹਿ ਗਿਆ। 3 ਲੱਖ ਪਾਉਂਡ ਜਿਹੜਾ ਆਪਣੀ ਜੇਬ ਚੋਂ ਲਾ ਕੇ 에어ਪੋਰਟ ਬਣਾ ਦਿੱਤਾ। ਵਾਹ। ਅੱਜ ਵੀ ਆਪਰੇਸ਼ਨਲ ਹੈ। ਵਾਹ ਜੀ ਵਾਹ। ਤੇ ਉਹਦੇ ਬਾਅਦ ਉਹਨਾਂ ਦੀ ਕੋਠੀ ਉੱਤੇ ਬੰਬ ਪੈ ਜਾਂਦਾ। ਠੀਕ। ਜਦੋਂ ਬੰਬ ਪੈ ਜਾਂਦਾ ਤੇ ਇੱਕ ਐਸਾ ਆਦਮੀ ਕਿ ਜਿਹਨੇ ਹਮੇਸ਼ਾ ਹਕੂਮਤ ਕੀਤੀ ਹੋਏ, ਉਹਦਾ ਕੀ ਹਾਲ ਹੋਏਗਾ। ਹਾਏ ਹਾਏ, ਬੰਬ ਤੇ ਬੰਬ ਹੁੰਦਾ। ਫੈਮਿਲੀ ਨੂੰ ਹੁਣ ਸ਼ਿਫਟ ਕਰਨਾ, ਦੂਸਰੇ ਪਾਸਿਓਂ ਜਾਪਾਨ ਆ ਗਿਆ, ਜੰਗੇ ਅਜ਼ੀਮ ਦਾ ਖਾਤਮਾ ਵੀ ਹੋ ਰਿਹਾ ਕਰੀਬ ਕਰੀਬ, ਤੇ ਨਾਲ ਨਾਲ ਜਿਹੜਾ ਹੈ ਫੈਮਿਲੀ ਨੂੰ ਸ਼ਿਫਟ ਕਿਸ ਤਰ੍ਹਾਂ ਕੀਤਾ ਜਾਏ। ਬੱਚੇ ਛੋਟੇ ਨੇ। ਮੇਰੇ ਵਾਲਿਦ ਸਾਹਿਬ ਦੀ ਉਮਰ ਉਦੋਂ ਹਾਰਡਲੀ ਕੋਈ 12-13 ਸਾਲ ਹੋਏਗੀ, 8ਵੀਂ ਕਲਾਸ ਹੁੰਦੇ ਸਨ। ਠੀਕ। 8ਵੀਂ ਕਲਾਸ ਅਜੇ ਪਾਸ ਨਹੀਂ ਸੀ ਕੀਤੀ। ਇੱਕ 12-13 ਸਾਲ ਦਾ ਬੱਚਾ 8ਵੀਂ ਜਮਾਤ ਦਾ ਆਪਣੀ ਫੈਮਿਲੀ ਨੂੰ ਬੈਲ ਗਾੜੀਆਂ ਦੇ ਉੱਤੇ ਲੈ ਕੇ ਆਉਂਦਾ ਪਿਆ। ਵਾਹ ਜੀ ਵਾਹ। ਪਾਕਿਸਤਾਨ। ਹੁਣ ਇੱਥੇ ਜਦੋਂ ਲੈ ਕੇ ਆਉਂਦੇ ਪਏ ਨੇ ਤੇ 7-8 ਇਹਨਾਂ ਦੇ ਭਰਾ ਸਨ। ਵਾਹ, ਫੈਮਿਲੀ ਵੱਡੀ, ਸਾਰੀ ਫੈਮਿਲੀ ਵੱਡੀ ਫੈਮਿਲੀ। ਭੈਣਾਂ ਜਿਹੜੀਆਂ ਸਨ 4 ਵੱਡੀਆਂ, 2-3 ਛੋਟੀਆਂ, ਤੇ ਸਰਵੈਂਟਸ ਮਿਲਾ ਕੇ ਕੋਈ ਕਾਫਲਾ ਹੈ 50-60 ਬੈਲ ਗਾੜੀਆਂ ਦਾ ਸੀ। 50-60 ਬੈਲ ਗਾੜੀਆਂ। ਰਾਸਤੇ 'ਚ ਸਾਡੇ ਇੱਕ ਚੱਚਾ ਜਿਹੜੇ ਸਨ ਸਭ ਤੋਂ ਛੋਟੇ, ਕੋਈ ਹਾਰਡਲੀ 1-1.5 ਸਾਲ ਦੇ ਵਾਲਿਦ ਸਾਹਿਬ ਦੱਸਦੇ ਹੁੰਦੇ ਸਨ ਕਿ ਉਹਨਾਂ ਦਾ ਇੰਤਕਾਲ ਹੋ ਗਿਆ। ਕਿਸ ਕਦਰ ਤਕਲੀਫ ਦੇ ਹੋਏ। ਹਾਏ ਹਾਏ ਹਾਏ, ਕਿਆ ਰਾਸਤਾ ਸੀ ਕਿ ਖਾਨ ਗਰੀਬੁਲ ਵਤਨੀ, ਗਰੀਬੁਲ ਵਤਨੀ। ਔਰ ਯਾਨੀ ਇੱਕ ਐਸੇ ਉਹਦੇ ਚੋਂ ਮਾਹੌਲ ਦੇ ਵਿੱਚੋਂ ਕਿ ਜਿੱਥੇ ਰਾਜ ਕਰਦੇ ਸਨ ਤੇ ਉਹ ਬਿਲਕੁਲ ਸੜਕ ਤੇ ਆ ਗਏ, ਰੋਡ ਤੇ ਆ ਗਏ। ਕਿਸ ਤਰ੍ਹਾਂ ਹੁਣ ਵਾਪਸ ਆਉਂਦੇ ਪਏ ਨੇ ਕਿ ਉੱਥੋਂ ਨਿਕਲਣਾ, ਬਚਣਾ, ਜੰਗ ਦੇ ਵਿੱਚੋਂ, ਜੰਗ ਦੇ ਹਾਲਾਤ, ਕਿਤੇ ਹਿੰਦੂ ਜਲਦਾ ਪਿਆ, ਕਿਤੇ ਕੁਛ ਹੈ, ਪਾਣੀ ਲੈ ਕੇ ਆਉਣਾ, ਰਾਸ਼ਨ, ਖਾਣ ਪੀਣ ਦਾ ਸਮਾਨ ਕਿਸ ਤਰ੍ਹਾਂ ਹੋਏਗਾ। ਓਏ ਹੋਏ, ਪਹਾੜੀ ਰਾਸਤਾ ਹੈ ਔਰ ਪੂਰਾ ਪਤਾ ਨਹੀਂ ਕਿਹੜੇ ਕਿਹੜੇ ਰਾਸਤੇ ਤੋਂ ਗੁਜ਼ਰ ਕੇ ਪਹੁੰਚੇ ਹੋ ਕੇ ਤੇ ਫਿਰ ਆਏ ਰਾਸਤੇ ਦੇ ਵਿੱਚ। ਅੱਛਾ, ਇੱਥੇ ਇੱਕ ਮਜ਼ੇਦਾਰ ਤੁਹਾਨੂੰ ਚੀਜ਼ ਦੱਸਾਂ। ਮੇਰੇ ਵਾਲਿਦ ਸਾਹਿਬ ਨੂੰ ਸ਼ੇਰ ਕਿਹਾ ਜਾਂਦਾ ਸੀ। ਇੱਥੇ ਰੱਖਣਾ ਹੈ ਜੀ।
ਜ਼ੁਬੈਰ ਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ? ਅੱਛਾ ਵਾਹ ਵਾਹ ਵਾਹ। ਕੀ ਹੁੰਦਾ ਜ਼ੁਬੈਰ? ਨਹੀਂ ਮੈਨੂੰ ਨਹੀਂ ਪਤਾ, ਤੁਸੀਂ ਦੱਸਣਾ ਜ਼ਰਾ। ਜ਼ਬਰ ਕਹਿੰਦੇ ਨੇ ਸ਼ੇਰ ਨੂੰ, ਬੱਬਰ ਸ਼ੇਰ। ਅੱਛਾ ਬੱਬਰ ਸ਼ੇਰ। ਹਾਂ ਤੇ ਜ਼ੁਬੈਰ ਹੁੰਦਾ ਛੋਟਾ ਬੱਬਰ ਸ਼ੇਰ। ਇੱਥੇ ਰੱਖਣਾ, ਠੀਕ ਹੈ ਅੱਛਾ, ਉਹ ਵੀ ਬੱਬਰ ਹੀ ਹੁੰਦਾ ਹੈ? ਉਹ ਵੀ ਬੱਬਰ ਹੀ ਹੁੰਦਾ। ਹੁਣ ਸ਼ੇਰ ਵਾਲਾ ਵਾਕਿਆ ਜਿਹੜਾ ਹੈ ਉਹ ਇਹ ਸੀ ਕਿ ਪਾਣੀ ਲੈਣ ਜਾਣਾ ਸੀ ਵਾਲਿਦ ਸਾਹਿਬ ਨੇ। 12 ਸਾਲ ਦਾ ਬੱਚਾ ਜਿਹੜਾ ਹੈ ਉਹ ਡੋਲ ਲੈ ਕੇ ਜਾਂਦਾ ਪਿਆ ਕਿ ਫੈਮਿਲੀ ਲਈ ਪਾਣੀ ਕਿਤੋਂ ਲੱਭਾਂ, ਤੇ ਆਪਣੇ ਨਾਲ ਸਰਵੈਂਟ ਵੀ ਲੈ ਕੇ ਗਿਆ। ਸਰਵੈਂਟ ਟਾਰਚ ਲੈ ਕੇ ਜਾਂਦਾ ਪਿਆ, ਲੇਕਿਨ ਇਹ ਕਿ ਆਪਣਾ ਉਹ ਕਿਤੇ ਰਾਸਤੇ 'ਚ ਇੱਧਰ ਉੱਧਰ ਹੋ ਜਾਂਦਾ ਹੈ। ਹੁਣ ਇੱਕ ਟਾਰਚ ਵਾਲਿਦ ਸਾਹਿਬ ਕੋਲ ਹੈ ਤੇ ਇੱਕ ਡੋਲ ਹੈ, ਰੱਸੀ ਹੈ। ਹੋਏ ਹੁਣ ਉਹ ਜਾਂਦੇ ਪਏ ਨੇ ਤੇ ਇੱਕ ਜਗ੍ਹਾ ਉਹਨਾਂ ਨੂੰ ਪਾਣੀ ਨਜ਼ਰ ਆ ਜਾਂਦਾ। ਜਦੋਂ ਪਾਣੀ ਨਜ਼ਰ ਆਉਂਦਾ ਤੇ ਉਹ ਡੋਲ ਉਹਨਾਂ ਦੇ ਹੱਥ ਚੋਂ ਡਿੱਗ ਜਾਂਦਾ ਹੈ, ਰੱਸੀ ਹੱਥ 'ਚ ਰਹਿੰਦੀ ਹੈ, ਆਪ ਬੇਹੋਸ਼ ਹੋ ਜਾਂਦੇ ਨੇ। ਉਹਦੇ ਪਿੱਛੇ ਵਜ੍ਹਾ ਆਇਆ ਸੀ ਉਹ ਡੋਲ ਡਿੱਗਣ ਦੀ ਕਿ ਉਹ ਡੋਲ ਨਾ ਡਿੱਗਦਾ ਤੇ ਪਾਣੀ ਨਾ ਮਿਲਦਾ। ਜਿਸ ਤਰ੍ਹਾਂ ਹੀ ਡੋਲ ਡਿੱਗਿਆ ਕਨਸਰ ਟਾਈਪ, ਉਹ ਇਸ ਕਰਕੇ ਡਿੱਗਿਆ ਸੀ ਕਿ ਸਾਹਮਣੇ ਸੀ ਸ਼ੇਰ। ਬੱਬਰ ਸ਼ੇਰ ਹੋਰ ਬੰਗਾਲ ਟਾਈਗਰਸ, ਮਤਲਬ ਮਜ਼ਾਕ ਨਹੀਂ, ਬੜੀ ਵੱਡੀ ਚੀਜ਼ ਸੀ। ਤੇ ਉਹ ਬੱਬਰ ਸ਼ੇਰ ਜਨਾਬ, ਉਹਨੂੰ ਵੇਖ ਕੇ ਉਹ ਬੱਚਾ ਡਰ ਜਾਂਦਾ, ਡੋਲ ਡਿੱਗਦਾ, ਬੇਹੋਸ਼ ਹੋ ਜਾਂਦੇ ਨੇ। ਤੇ ਉਹਦੇ ਬਾਅਦ ਜਿਹੜਾ ਨਾ ਫਿਰ ਜਦੋਂ ਹੋਸ਼ ਆਉਂਦੀ ਹੈ, ਉਹ ਬਟਲਰ ਸਾਡੇ ਔਰ ਸਰਵੈਂਟਸ ਵਗੈਰਾ ਤਲਾਸ਼ ਕਰਦੇ ਆਉਂਦੇ ਨੇ ਤੇ ਉਹ ਦੇਖਦੇ ਨੇ ਕਿ ਬੇਹੋਸ਼ ਹੋਏ ਨੇ, ਜ਼ਰਾ ਉਹ ਜਗਾਉਂਦੇ ਨੇ ਉਹਨਾਂ ਨੂੰ, ਹਿਲਾਉਂਦੇ ਨੇ, ਜਾਗਦੇ ਨੇ ਤੇ ਕਹਿੰਦੇ ਨੇ ਕਿ ਮੈਂ ਪਾਣੀ ਭਰਦਾ ਸਾਂ ਪਿਆ ਤੇ ਤੁਸੀਂ ਲੋਕ ਕਿੱਥੇ ਤੋਂ ਗਾਇਬ ਹੋਏ, ਲਿਆਓ ਯਾਰ ਪਾਣੀ ਮਿਲ ਗਿਆ। ਤੇ ਕਿਸੇ ਨੇ ਕਿਹਾ ਕਿ ਬੇਹੋਸ਼ ਕਿਸ ਤਰ੍ਹਾਂ ਹੋ ਗਏ ਸੋ? ਉਹ ਮੈਂ ਸ਼ੇਰ ਨੂੰ ਨਠਾਇਆ। ਅੱਛਾ, ਇਹ ਜਿਹੜਾ ਕੈਮਰਾ ਜੇ ਨੇ, ਇਹਦੇ ਨਾਲ ਅਸੀਂ ਗੱਲਾਂ ਕਰਨੀਆਂ ਜੇ, ਆਪੇ ਚ ਨਹੀਂ ਕਰਨੀਆਂ ਅਸੀਂ। ਨਹੀਂ, ਮੈਂ ਤਾਂ ਅਜੇ ਤੁਹਾਨੂੰ ਦੱਸਣਾ, ਉਹਨਾਂ ਨੂੰ ਤਾਂ ਮੈਂ ਬਾਅਦ ਚ ਚੀਜ਼ਾਂ ਜਿਹੜੀਆਂ ਨੇ ਬੜੀਆਂ ਉਹ ਸਾਰੇ ਰਿਕਾਰਡ ਕਰਦਾ ਪਿਆ ਕੰਮ ਦੀਆਂ, ਉਹਨਾਂ ਨੂੰ ਮੈਂ ਦੱਸਦੀਆਂ ਨਾ ਗੱਲਾਂ। ਉਹ ਸਾਰਾ ਰਿਕਾਰਡ ਲੱਗਿਆ ਜੇ ਕਰਨ, ਉਹ ਛੋੜ ਗਿਆ ਜੇ। ਇਹ ਤੁਸੀਂ ਮੈਨੂੰ ਮਾਜ਼ੀ ਚ ਲੈ ਗਏ। ਬਸ ਇਸੇ ਗੱਲਾਂ ਕਰਿਆ ਤੁਹਾਡੇ ਸਾਹਿਬ ਦੀ ਗੱਲ ਦੇ ਉੱਤੇ ਵੀ ਲੈ ਕੇ ਉਹਦੇ ਉੱਤੇ ਵੀ ਆਨੇ ਆ। ਇਹਨਾਂ ਨਾਲ ਜਿਹੜੀਆਂ ਗੱਲਾਂ ਮੈਂ ਕਰਨੀਆਂ ਨੇ ਉਹ ਬੜੀਆਂ ਖਾਸ ਨੇ, ਉਹ ਬੜੀਆਂ ਇੰਪੋਰਟੈਂਟ ਨੇ, ਉਹ ਇਹਨਾਂ ਵਾਸਤੇ। ਉਹਦੇ ਉੱਤੇ ਜ਼ਰਾ ਥੋੜਾ ਜਿਹਾ ਟਾਈਮ ਹੁਣ ਨਹੀਂ, ਉਹ ਖੇਡਦਿਆਂ ਅਸੀਂ ਟੁਰ ਪਾਵਾਂਗੇ। ਤੇ ਇਹ ਜ਼ੁਬੈਰ ਮੁਨੱਵਰ ਇੱਥੇ ਪੜ੍ਹਦੇ ਰਹੇ, ਇੱਥੇ ਹੀ ਸਾਰਾ ਕੁਝ ਕੀਤਾ। ਫਿਰ ਉਸ ਤੋਂ ਬਾਅਦ ਇਹ ਪੜ੍ਹਨਾ, ਬੋਲਣਾ, ਜ਼ਿਆ ਮਹੀਉਦੀਨ, ਇਹ ਸਾਰਾ ਕੰਮ ਜਿਹੜਾ ਫੌਜੀਆਂ ਦੀ ਔਲਾਦ ਤੇ ਜਗੀਰਦਾਰਾਂ ਦੀ ਔਲਾਦ, ਫਿਰ ਉਹ CSS ਤੇ ਪੜ੍ਹਨਾ ਲਿਖਣਾ ਤੇ ਲਿਖਣਾ, ਪੜ੍ਹਨਾ, ਬੋਲਣਾ, ਇਹ ਸਾਰਾ ਕੁਝ ਜਿਹੜਾ ਹੈ, ਇਹ ਫਨੂਨ ਲਤੀਫਾ ਵੀ ਸਾਰਾ ਨਾਲ ਟੁਰ ਪਿਆ। ਇਹ ਕੀ ਹੋਇਆ ਕਿ ਇਹ ਕਿੱਥੋਂ ਜਾ ਲੱਗੀ ਹੈ? ਅੱਛਾ ਦੇਖੋ, ਅਸੀਂ ਜਾਗੀਰਦਾਰਾਂ ਦੀ ਔਲਾਦ ਨਹੀਂ, ਅਸੀਂ ਸਿਰਫ ਹੈ ਕਿ ਬੜੇ ਜ਼ਮੀਨਦਾਰੀ ਤਾਂ ਐਸੀ ਨਾ, ਜ਼ਿਮੀਂਦਾਰੀ ਤੁਸੀਂ ਨਹੀਂ ਕਹਿ ਸਕਦੇ। ਹਾਂ, ਇਹ ਜ਼ਰੂਰ ਕਹਿ ਸਕਦੇ ਹੋ ਕਿ ਅਸੀਂ ਮੁਤਮੱਵਲ, ਅਸੀਂ ਮੁਤਵੱਵਲ ਵੀ ਕਹਿ ਸਕਦੇ ਹੋ, ਲੇਕਿਨ ਇਹ ਕਿ ਨਾਲ ਜਿਹੜਾ ਨਾ ਸਭ ਤੋਂ ਅਹਿਮ ਤਰੀਨ ਚੀਜ਼ ਕਿ ਤਾਲੀਮ ਨੂੰ ਅਸੀਂ ਕਰਨਾ, ਇਹ ਜ਼ਰੂਰੀ ਸੀ। ਸਾਰੇ ਸਾਇੰਟਿਸਟ ਜਾਂ ਡਾਕਟਰਸ ਜਾਂ ਇੰਜੀਨੀਅਰਸ ਜਾਂ ਫਿਰ ਸਾਇੰਟਿਸਟ। ਵਾਹ ਜੀ ਵਾਹ। ਮੇਰੇ ਵਾਲਿਦ ਸਾਹਿਬ ਤੇ ਖੈਰ ਮਤਲਬ ਉਹਨਾਂ ਦੀ ਗੱਲ ਤੇ ਛੱਡੋ, ਮੈਂ ਉਹਨਾਂ ਬਾਅਦ ਚ ਦੱਸਾਂਗਾ ਕਿ ਕੀ ਉਹ ਕਰਦੇ ਰਹੇ, ਕਿਸ ਤਰ੍ਹਾਂ F-16 ਦੇ ਸੌਦੇ ਕੀਤੇ, ਕਿੰਨਾ ਉਹਨਾਂ ਨੂੰ ਆਫਰ ਹੁੰਦਾ ਸੀ ਤੇ ਕਿਸ ਤਰ੍ਹਾਂ ਉਹਨਾਂ ਨੇ ਛੱਡਿਆ। ਹਾਂਜੀ, ਤੇ ਉੱਥੋਂ ਹੀ ਸ਼ਾਇਦ ਮਿਲਿਆ। ਮੈਂ ਇਹ ਸਮਝਣਾ ਕਿ ਜਿਹੜਾ ਆਪਣੀ ਜ਼ਿੰਦਗੀ 'ਚ ਮੈਂ ਕੋਈ ਜੇ ਵਲੀ ਵੇਖਿਆ ਤਾਂ ਮੇਰੇ ਵਾਲਿਦ ਸਾਹਿਬ ਸਨ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਰਿਸ਼, ਮੈਂ ਤਾਂ ਮਤਲਬ ਬਿਲਕੁਲ ऑपोजिट ਤੁਸੀਂ ਕਹਿ ਸਕਦੇ ਹੋ, लेकिन ऑपोजिट भी नहीं है। रब जिसके साथ रब है उसके साथ सब है। ਅੱਛਾ, ਇਹ ਸਿਲਸਿਲਾ ਚੱਲਦਾ ਰਿਹਾ। ਫਿਰ ਤੁਸੀਂ ਆਪਣਾ ਕੈਰੀਅਰ ਜਿਹੜਾ ਉਹ ਆਗਾਜ਼ ਕੀਤਾ ਪਹਿਲਾਂ ਇਸਲਾਮਾਬਾਦ ਦੇ ਉੱਤੋਂ ਸ਼ੁਰੂ ਕਰਦੇ। ਜਿਹੜਾ ਇਸਲਾਮਾਬਾਦ ਤੁਸੀਂ ਅੱਜ ਵੇਖਦੇ ਪਏ ਹੋ, ਉਹ ਇਸਲਾਮਾਬਾਦ ਅਸੀਂ ਨਹੀਂ ਵੇਖਿਆ। ਠੀਕ। ਜੋ ਇਸਲਾਮਾਬਾਦ ਅਸੀਂ ਦੇਖਿਆ ਆਪਣੇ ਬਚਪਨ 'ਚ, ਉਹ ਬਿਲਕੁਲ ਡਿਫਰੈਂਟ ਸੀ। ਬਿਲਕੁਲ। ਯਾਨੀ ਇੱਥੇ ਹਰ ਘਰ ਦੇ ਵਿੱਚ ਹਰ ਘਰ ਦਾ ਬੱਚਾ ਦੂਸਰੇ ਘਰ ਦਾ ਉਸੇ ਤਰ੍ਹਾਂ ਬੱਚਾ ਹੁੰਦਾ ਸੀ ਜਿਸ ਤਰ੍ਹਾਂ ਆਪਣੇ ਘਰ ਦਾ ਹੁੰਦਾ। ਵਾਹ ਜੀ ਵਾਹ। ਪਿੰਡ ਪੂਰਾ ਜਿਸ ਤਰ੍ਹਾਂ ਹੁੰਦਾ ਹੈ? ਨਹੀਂ। ਅੱਛਾ, ਇੱਕ ਐਸਾ ਸਿਟੀ ਕਿ ਜਿਹੜਾ ਸ਼ਾਇਦ ਇਸ ਵੇਲੇ ਦੁਬਈ ਹੈ। ਠੀਕ। ਵਾਹ
ਮੇਰਾ ਜਿਹੜਾ ਸਕੂਲ ਸੀ ਹੂੰ ਉਹ ਸਕੂਲ ਯਾਨੀ ਤੁਸੀਂ ਇਹ ਦੇਖੋ ਕਿ 2.5 ਸਾਲ ਦੀ ਉਮਰ ਦੇ ਵਿੱਚ ਮੈਨੂੰ ਮਾਂ ਚੁੱਕ ਕੇ ਲੈ ਕੇ ਜਾਂਦੇ ਸਨ, ਮਿਸਾਂ ਚੁੱਕ ਕੇ ਮੈਨੂੰ ਖਿਡਾਉਂਦੀਆਂ ਸਨ, ਔਰ ਮੇਰੀ ਏਜ ਜ਼ਿਆਦਾ ਲਿਖੀ ਗਈ ਸੀ ਕਿਉਂਕਿ ਮੈਂ ਐਕਸਟਰਾ ਇੰਟੈਲੀਜੈਂਟ ਸਾਂ। ਉਹਨਾਂ ਬੜੀਆਂ ਗੱਲਾਂ ਕਰਦਾ ਸਾਂ, ਮਤਲਬ ਉਹਨਾਂ ਗਿਣਤੀ ਸੁਣੀ 10 ਤੱਕ, ਮੈਂ 100 ਤੱਕ ਸੁਣਾਤੀ, ਇੱਥੇ ਰੱਖਣਾ, ਉਰਦੂ ਅੰਗਰੇਜ਼ੀ ਦੋਨੋਂ। ਤੇ ਉਹ ਸ਼ਾਇਦ ਪਹਿਲਾ ਇੰਗਲਿਸ਼ ਮੀਡੀਅਮ ਇੱਥੋਂ ਦਾ ਸਕੂਲ ਸੀ, ਔਰ ਬੜਾ ਅੱਛਾ ਸਕੂਲ, ਬੜਾ ਅੱਛਾ ਲੈਵਲ। ਹੁਣ ਦੂਜੇ ਪਾਸੇ ਜੇ ਜ਼ਰਾ ਅਸੀਂ ਅੱਗੇ ਚੱਲੀਏ, ਇਸ ਗੱਲ ਨੂੰ ਅੱਗੇ ਟੋਰੀਏ, ਤੇ ਉਹਦੇ ਵਿੱਚ ਇਸਲਾਮਾਬਾਦ ਜਿਹੜਾ ਹੈ ਇੰਨਾ ਨੀਟ ਐਂਡ ਕਲੀਨ ਸਿਟੀ ਕਿ ਤੁਸੀਂ ਸੋਚ ਹੀ ਨਹੀਂ ਸਕਦੇ। ਵਾਹ, ਖਾਮੋਸ਼ ਔਰ ਗ੍ਰੀਨ, ਅੱਛਾ ਲਸ਼ ਗ੍ਰੀਨ। ਅੱਜ ਕੱਲ ਦੇ ਮੌਸਮ ਦੇ ਵਿੱਚ ਯਾਨੀ ਚਮੇਲੀ ਤੁਹਾਨੂੰ ਮਿਲਦੀ ਸੀ, ਪੀਲੀ ਚਮੇਲੀ, ਵਾਹ ਜੀ ਵਾਹ। ਫਿਰ ਪਾਕਿਸਤਾਨ ਦਾ ਕੌਮੀ ਫੁੱਲ ਸਫੈਦ ਚਮੇਲੀ, ਰੋਜ਼ ਗਾਰਡਨ ਜਿਹੜਾ ਹੈ, ਜੈਸਮੀਨ ਗਾਰਡਨ, ਹਾਂਜੀ, ਦੇਖਣ ਵਾਲਾ ਹੁੰਦਾ ਸੀ। ਵਾਹ ਜੀ ਵਾਹ। ਫਾਊਂਟੇਨ ਮੈਨੂੰ ਤਾਂ ਥੋੜਾ ਥੋੜਾ ਯਾਦ ਹੈ, ਮੈਨੂੰ ਆਇਆ ਨਹੀਂ ਯਾਦ ਕਿ ਕਿੰਨਾ ਕੁ ਕਿਸ ਤਰ੍ਹਾਂ ਸੀ ਕਿਸ ਤਰ੍ਹਾਂ, ਲੇਕਿਨ ਉਸ ਵੇਲੇ ਵੀ ਉਹ ਇਸ ਕਦਰ ਖੂਬਸੂਰਤ ਕਿ ਖੁਬਾਨੀ ਦੇ ਦਰਖਤ, ਵਾਹ, ਹੋਰ ਫਲਦਾਰ ਦਰਖਤ ਬੇਤਹਾਸ਼ਾ, ਨੀਟ ਐਂਡ ਕਲੀਨ, ਇੰਨਾ ਜ਼ਿਆਦਾ ਕਿ ਕਿਸੇ ਨੇ ਉਹਦੇ ਉੱਤੇ ਯਾਨੀ ਕੋਈ ਪੱਤਾ ਵੀ ਜੇ ਡਿੱਗਿਆ ਦਾ ਤੇ ਉਹ ਵੀ ਚੁੱਕ ਲੈਣਾ, ਇੰਨੇ ਸਮਝਦਾਰ ਲੋਕ। ਇਹ ਲੋਕ ਕਰਾਚੀ ਤੋਂ ਆਏ ਸਨ ਸਾਰੇ, ਹੋਰ ਸ਼ਾਇਦ ਦਾਰੁਲ ਹੁਕੂਮਤ ਕੋਈ 10-12 ਸਾਲ ਹੋ ਚੁੱਕੇ ਹੋਣਗੇ। ਤੇ ਜਦੋਂ ਮੈਂ ਦੇਖਿਆ ਉਦੋਂ ਤੱਕ ਤੇ ਜ਼ਾਹਿਰ ਕਿ 10-15 ਸਾਲ ਹੋ ਚੁੱਕੇ ਸਨ ਇਹਨੂੰ ਦਾਰੁਲ ਖਿਲਾਫਾ ਬਣੇ। ਨੀਟ ਐਂਡ ਕਲੀਨ ਸਿਟੀ, ਔਰ ਸਭ ਤੋਂ ਵੱਡੀ ਵਜ੍ਹਾ ਉਹਦੀ ਇਹ ਸੀ ਕਿ ਮੋਟਰ ਬਾਈਕਸ ਨਹੀਂ ਸਨ। ਇਹ ਮੋਟਰ ਬਾਈਕਸ ਨੇ ਆ ਕੇ ਤਬਾਹ ਕਰ ਦਿੱਤਾ ਪਾਕਿਸਤਾਨ ਨੂੰ। ਅੱਜ ਵੀ ਪੋਲਿਊਸ਼ਨ ਨੂੰ ਜੇ ਕੰਟਰੋਲ ਕਰਨਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਮੋਟਰ ਬਾਈਕਸ ਤੋਂ ਬਾਹਰ ਨਿਕਲੀਏ। ਅੱਛਾ, ਇਹ ਗੱਲਾਂ ਅਸੀਂ ਕਰਨੀਆਂ ਪਿਆ ਤਾਂ ਗੱਲ ਤੇ ਲੰਮੀ ਹੁੰਦੀ ਜਾਂਦੀ ਹੈ, ਤੇ ਇੱਕ ਹੋਰ ਨਿੱਕੀ ਜਿਹੀ ਗੱਲ ਕਰਨੀ ਹੈ, ਨਿੱਕੀ ਜਿਹੀ ਗੱਲ ਹੈ। ਇਹ ਜਿਹੜਾ ਡਿਜੀਟਲ ਨਹੀਂ ਹੁੰਦਾ ਪਿਆ ਪਾਕਿਸਤਾਨ, ਇਹ ਕੌਣ ਨਹੀਂ ਹੋਣ ਦਿੰਦਾ ਪਿਆ? ਹਾਂ, ਡਿਜੀਟਲਾਈਜੇਸ਼ਨ ਦੇ ਬਾਰੇ ਤੁਸੀਂ ਗੱਲ ਕੀਤੀ, ਕਰੰਸੀ ਦੇ ਬਾਰੇ ਗੱਲ ਕੀਤੀ, ਕੈਸ਼ ਦੇ ਉੱਤੇ ਕਾਰੋਬਾਰ ਹੋ ਰਿਹਾ। ਕਿਉਂ ਹੋ ਰਿਹਾ? ਕੈਸ਼ ਦੇ ਉੱਤੇ ਕਾਰੋਬਾਰ ਇਸ ਕਰਕੇ ਹੋ ਰਿਹਾ ਜਨਾਬ ਕਿ ਸਾਨੂੰ ਟੈਕਸ ਨਾ ਦੇਣਾ ਪਏ, ਅਸੀਂ ਟੈਕਸ ਚੋਰ ਹਾਂ। ਠੀਕ, ਅਸੀਂ ਟੈਕਸ ਚੋਰ ਕਿਉਂ ਹਾਂ? ਕਿਉਂਕਿ ਇਹ ਸਮਝਦੇ ਨੇ ਕਿ ਸਾਨੂੰ ਇਨਸੈਂਟਿਵ ਨਹੀਂ ਮਿਲਦਾ, ਅਸੀਂ ਬਹੁਤਾ ਕਮਾ ਲਈਏ। ਨਕਦਾਂ ਦਾ ਕੰਮ, ਜੇ ਅੱਜ ਨਕਦ ਤੋਂ ਅਸੀਂ ਜੇ ਅੱਜ ਇੰਡੀਆ ਵਾਂਗੂ ਕਾਪੀ ਕਰਨਾ ਸ਼ੁਰੂ ਕਰ ਦਈਏ, ਪੂਰੀ ਦੁਨੀਆ ਵਾਂਗੂ ਕਾਪੀ ਕਰਨਾ ਸ਼ੁਰੂ ਕਰ ਦਈਏ ਕਿ ਹਰ ਚੀਜ਼ ਜਿਹੜੀ ਹੈ ਤੁਹਾਡੇ ਕੌਮੀ ਸ਼ਨਾਖਤੀ ਕਾਰਡ ਦੇ ਉੱਤੇ ਹੋਏਗੀ, ਡੈਬਿਟ ਕ੍ਰੈਡਿਟ ਕਾਰਡ ਨੂੰ ਛੱਡੋ ਤੁਸੀਂ, ਬਸ ਇਹ ਕਾਰਡ ਤੁਹਾਡਾ ਸ਼ਨਾਖਤੀ ਕਾਰਡ ਹੈ ਨਾ, ਤੁਹਾਡਾ ਪ੍ਰਾਈਡ ਹੈ, ਇਹ ਤੁਹਾਡੀ ਡਿਜੀਟਲ ਕਰੰਸੀ ਹੈ। ਠੀਕ, ਕਿਸ ਤਰ੍ਹਾਂ ਨਹੀਂ ਹੋਏਗਾ ਪੋਸੀਬਲ ਕਿ ਜਨਾਬ ਹਰ ਬੰਦਾ ਟੈਕਸ ਦੇ। ਤੁਸੀਂ ਜੇ ਰਾਈਡ ਲੈਣੀ ਹੈ ਕੋਈ, ਆਪਣਾ ਨੰਬਰ ਤਾਂ ਪਾਓ, ਆਪਣਾ ਸ਼ਨਾਖਤੀ ਕਾਰਡ, ਉਹਦੇ ਕੋਲ POS ਹੋਏਗਾ, ਪੁਆਇੰਟ ਆਫ ਸੇਲ ਮਸ਼ੀਨ ਹੋਏਗੀ ਉਹਦੇ ਨਾਲ। ਠੀਕ ਹੈ ਜੀ, ਹਰ ਚੀਜ਼ ਜਿਹੜੀ ਹੈ ਡਿਜੀਟਲਾਈਜੇਸ਼ਨ ਦੇ ਉੱਤੇ ਆ ਜਾਏਗੀ। ਅਸੀਂ ਲੋਕ ਜਿਹੜੇ ਕਿ 40% ਤੋਂ ਜ਼ਿਆਦਾ ਟੈਕਸ ਦੇਣੇ ਪਏ, ਜਾਂ ਜਿਹੜੇ ਕਹਿੰਦੇ ਨੇ ਗਵਰਨਮੈਂਟ ਸਰਵੈਂਟਸ ਕਿ ਅਸੀਂ ਦਿੰਦੇ ਹਾਂ ਟੈਕਸ ਜ਼ਿਆਦਾ। ਇੱਕ ਕੱਟ ਲਾਓ ਨਾ ਤੁਸੀਂ ਜ਼ਰਾ ਪੈਟਰੋਲ ਦੇ ਉੱਤੇ, ਕਿਉਂ ਦਿੰਦੇ ਪਏ ਹੋ ਫ੍ਰੀ ਪੈਟਰੋਲ? ਕਿਉਂ ਤੁਸੀਂ ਦਿੰਦੇ ਪਏ ਹੋ ਇਹਨਾਂ ਨੂੰ ਪੈਨਸ਼ਨ? ਉਹਦੇ ਬਾਅਦ ਤੁਹਾਡਾ ਜਿੰਨੀ ਤਨਖਾਹ ਦਿੰਦੇ ਪਏ ਹੋ ਉਸ ਤੋਂ ਜ਼ਿਆਦਾ ਪੈਨਸ਼ਨ ਬਸ ਕਰਦੇ। ਹੁਣ ਤੁਸੀਂ ਆ ਜਾਓ ਕਿ ਸਿਰਫ ਪੈਕੇਜ ਦੇ ਉੱਤੇ, ਪੈਕੇਜ ਦਿਓ, ਜਿਹਨੇ ਕੰਮ ਕਰਨਾ ਕਰੇ, ਨਹੀਂ ਕਰਨਾ ਸਲਾਮ ਅਲੈਕਮ, ਜਾਓ ਜੀ। ਤੇ ਦੂਜੇ ਪਾਸੇ ਜਿਹੜਾ ਕਿਸੇ ਦੁਕਾਨ ਤੇ ਚਲੇ ਜਾਓ ਕੈਸ਼ ਦੇ ਉੱਤੇ। ਅੱਛਾ, ਮੈਂ ਤੁਹਾਨੂੰ ਫੈਸਲਾਬਾਦ ਦੀ ਸਿਰਫ ਇੱਕ ਮਿਸਾਲ ਦਿੰਦਾ, ਸੂਤਰ ਮੰਡੀ ਦੀ। ਸੂਤਰ ਮੰਡੀ ਜਿਹੜੀ ਅਸੀਂ ਪਿੱਛੇ ਗੱਲ ਕਰ ਰਹੇ ਸਾਂ, ਖੜੇ ਨੇ ਜਨਾਬ 4-5 ਫੁੱਟ ਦਾ ਟੇਬਲ ਲਾ ਕੇ ਬੈਠਾ, ਸ਼ਾਮ ਨੂੰ ਉੱਠੇਗਾ 2-4 ਅਰਬ ਰੁਪਏ ਦਾ ਕਾਰੋਬਾਰ ਕਰਕੇ ਜਾਏਗਾ ਕੈਸ਼ ਉੱਤੇ। ਕੀ ਮਜਾਲ ਹੈ ਕਿ ਉਹਨੇ 1 ਰੁਪਇਆ ਵੀ ਟੈਕਸ ਦਿੱਤਾ ਹੋਵੇ ਗਵਰਨਮੈਂਟ ਨੂੰ, NTN ਦੇ ਵਿੱਚ ਰਜਿਸਟਰਡ ਨਹੀਂ ਹੈ, ਕੁਝ ਵੀ ਨਹੀਂ, ਗੱਲ ਹੀ ਕੋਈ ਨਹੀਂ ਹੈ ਜੀ। ਅੱਜ ਜੇ ਡਿਜੀਟਲਾਈਜੇਸ਼ਨ ਦੇ ਉੱਤੇ ਕੰਮ ਸ਼ੁਰੂ ਹੋ ਜਾਏ ਫੌਰੀ ਤੌਰ ਤੇ, ਸ਼ਨਾਖਤੀ ਕਾਰਡ, ਕੌਮੀ ਸ਼ਨਾਖਤੀ ਕਾਰਡ ਦੀ ਮੈਂ ਗੱਲ ਕਰ ਰਿਹਾ, ਇਹਦੇ ਜ਼ਰੀਏ ਹੀ ਤੁਸੀਂ ਜਨਾਬ ਸਾਰਾ ਕੈਸ਼ ਲੈਣ ਦੇਣ ਇਹ ਉਹ ਬੰਦ ਕਰ ਦੋ, ਕਰੰਸੀ ਘੱਟ ਕਰ ਦੋ, ਚਲੋ ਲਿਮਿਟ ਘੱਟ,
50,000 ਤੋਂ ਨਗਦ ਅਦਾਇਗੀ ਬੰਦ ਕਰੋ ਜੀ। 50,000 ਤੋਂ ਜ਼ਿਆਦਾ ਮਹੀਨੇ ਦੇ ਵਿੱਚ ਨਾ ਕੋਈ ਕਢਾ ਸਕੇ ਨਾ ਜਮ੍ਹਾਂ ਕਰਾ ਸਕੇ, ਕਰੋ ਹਾਂ ਅੱਜ ਕੰਮ। ਮੈਂ ਕਹਿੰਦਾ ਪਾਕਿਸਤਾਨ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ, ਪਰ ਕੈਪੀਟਾ ਇਨਕਮ 5,000 ਤੋਂ 7,000 ਦੇ ਦਰਮਿਆਨ ਲਾਜ਼ਮੀ ਆਏਗੀ। 5,000 ਤੋਂ 7,000 ਡਾਲਰਸ, ਰੁਪੀਜ਼ ਨਹੀਂ ਮੈਂ ਕਹਿ ਰਿਹਾ। ਅੱਛਾ, ਦੋ ਨਿੱਕੇ ਨਿੱਕੇ ਸਵਾਲ ਹਨ। FBR ਜੀ, ਕਲਰਕ PN ਨਹੀਂ ਛੱਡਦਾ, ਕਿਉਂ ਲੱਤ ਮਾਰੀ, ਹੋਇਆ ਕੀ? ਅੱਲਾ ਸ਼ੁਕਰ ਜੀ, ਅਲਹਮਦੁਲਿਲਾ। ਹਾਂ, ਅਬ ਬਚੇ ਹੋ ਨਾ, ਠੀਕ ਹੈ। ਅੱਛਾ, ਹੋਇਆ ਕੀ? ਟ੍ਰਾਂਸਫਰ ਪੋਸਟਿੰਗ ਹਾਂ, ਪੈਂਡੇ ਪਾ ਦਿਓ, ਪੈਂਡੇ। ਜੇ ਤੁਸੀਂ ਅੱਛਾ ਕੰਮ ਕਰਨਾ ਚਾਹੁੰਦੇ ਹੋ, ਜੇ ਤੁਸੀਂ ਰਿਸ਼ਵਤ ਨਹੀਂ ਲੈਣਾ ਚਾਹੁੰਦੇ, ਜੇ ਤੁਸੀਂ ਨੇਕ ਨੀਅਤੀ ਦੇ ਨਾਲ ਮੁਲਕ ਲਈ ਖਿਦਮਤ ਕਰਨਾ ਚਾਹੁੰਦੇ ਹੋ, ਤੇ ਫਿਰ ਤੁਹਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਇਸ ਮੁਲਕ ਵਿੱਚ। ਅੱਛਾ, ਤੁਹਾਡਾ ਕੰਮ ਵੀ ਆਸ਼ਰ ਵਾਲਾ ਕੀਤਾ ਨੇ? ਆਸ਼ਰ ਵੀ ਤੁਹਾਡਾ ਨਾਲ ਦਾ ਸੀ? ਆਸ਼ਰ ਸਾਡੇ ਤੋਂ ਸੀਨੀਅਰ ਸੀ। ਆਸ਼ਰ ਦੇ ਨਾਲ ਵੀ ਇਹੀ ਚੀਜ਼ ਸੀ, ਲੇਕਿਨ ਉਹਦਾ ਇੱਕ ਡਿਫਰੈਂਟ ਸਿਨੈਰੀਓ ਸੀ। ਉੱਥੇ ਅਨਫੋਰਚੂਨੇਟਲੀ ਕਿ ਸੈਕਟੇਰੀਅਨਿਜ਼ਮ ਵੀ ਆ ਗਿਆ ਸੀ। ਇਹ ਨਹੀਂ ਹੋਣਾ ਚਾਹੀਦਾ। ਪਾਕਿਸਤਾਨੀ ਜਿਹੜੇ ਨੇ ਸਭ ਬਰਾਬਰ ਨੇ, ਨਾ ਕੋਈ ਇਹਦੇ ਵਿੱਚ ਤੁਸੀਂ ਹਿੰਦੂ, ਮੁਸਲਮ, ਸਿੱਖ, ਈਸਾਈ ਨਹੀਂ, ਸਭ ਬਰਾਬਰ ਨੇ ਜੀ। ਸਾਰੇ ਸਭ ਅਸੀਂ ਇੱਕ ਹਾਂ, ਇੱਕ ਬਣ ਜਾਈਏ ਤੇ ਫਿਰ ਸਾਨੂੰ ਕੋਈ ਕੁਝ ਮਾਮਲਾ ਸਿੱਧਾ ਹੁੰਦਾ, ਵਰਨਾ ਨਹੀਂ ਹੁੰਦਾ। ਬਿਲਕੁਲ। ਅੱਛਾ, ਤੇ ਜਿਹੜੇ ਪੈਸੇ ਸਾਨੂੰ ਪੂਰੇ ਜੇ ਲੱਭਦੇ ਨੇ ਤੇ ਬਾਕੀ ਸਾਰਾ ਕੁਝ ਹੁੰਦਾ ਪਿਆ, ਰੇਡੀਓ, TV, ਇਲਮੋ ਅਦਬ, ਤਹਿਜ਼ੀਬੋ ਸਕਾਫਤ, ਢੇਰਾਂ ਦੇ ਹਿਸਾਬ ਤੇ ਸੀਟਾਂ ਗਰਮ ਕਰਨ ਵਾਸਤੇ ਅਸਾਂ ਬਾਈਆਂ ਗ੍ਰੇਡ ਦੇ ਬੰਦੇ ਰੱਖੇ ਨੇ। ਉਹ ਭਾਵੇਂ ਅਕਾਦਮੀ ਅਦਬੀਆਤ ਹੋਵੇ, ਭਾਵੇਂ ਨੈਸ਼ਨਲ ਫਾਊਂਡੇਸ਼ਨ ਹੋਵੇ, ਭਾਵੇਂ ਹੋਰ ਵੀ ਕਿਤਨੇ ਅਦਾਰੇ ਨੇ, ਤੇ ਇਹ ਸੀਟਾਂ ਗਰਮ ਕਰਨ ਵਾਲੇ ਜਾਂ ਇਹ ਰਿਸ਼ਵਤਸਤਾਨੀ, ਇਹ ਕੀ ਹੈ? ਅਹਿਮਦ ਲਤੀਫ ਸਾਹਿਬ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਔਰ ਫਿਰ ਉੱਥੇ ਆ ਗਏ ਅਸੀਂ ਦੁਬਾਰਾ। ਮੈਂ ਇਹਨੂੰ ਇੱਕ ਕਨੈਕਟ ਕਰਾਂਗਾ ਜਿਹਨੂੰ ਕਹਿੰਦੇ ਨੇ ਕਿ ਜਨਾਬ ਇੱਕ ਤਰ੍ਹਾਂ ਟੋਪੋਲੋਜੀਕਲੀ ਮੈਂ ਕਨੈਕਟੀਵਿਟੀ ਵੱਲ ਜਾਵਾਂਗਾ। ਜਿਹੜਾ ਇਸਲਾਮਾਬਾਦ ਤੁਸੀਂ ਪਹਿਲਾਂ ਪੁੱਛਿਆ ਸੀ, ਉਹਦੇ ਵਿੱਚ ਇਹ ਹੁੰਦਾ ਸੀ ਕਿ ਸਾਡੇ ਕੋਲ ਬ੍ਰਿਟਿਸ਼ ਕੌਂਸਲ ਸੀ, ਅਮਰੀਕਨ ਸੈਂਟਰ ਸੀ, ਲਾਇਬ੍ਰੇਰੀਜ਼ ਸਨ। ਇਹਨਾਂ ਲਾਇਬ੍ਰੇਰੀਜ਼ ਦੇ ਵਿੱਚ ਅਸੀਂ ਜਾਂਦੇ ਸਾਂ ਔਰ ਉਸ ਵੇਲੇ ਅਸੀਂ ਉਹਦੇ ਵਿੱਚ ਪੜ੍ਹਦੇ ਸਾਂ ਕਿਤਾਬਾਂ ਲੈ ਕੇ। ਫੋਰਥ ਇੰਟੀਗ੍ਰੇਸ਼ਨ ਅਸੀਂ ਜਿਹੜੀ ਕੀਤੀ ਉਹ ਅੱਜ ਤੱਕ ਨਹੀਂ ਕਰ ਸਕਿਆ। ਮੈਂ ਤੇ ਮੇਰੇ ਇੱਕ ਦੋਸਤ ਨੇ ਕੀਤੀ। ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਹੈ ਔਰ ਮਾਸ਼ਾਅੱਲਾ 5% ਅਮਰੀਕਨਸ ਦੇ ਵਿੱਚ ਆਉਂਦਾ ਹੈ। ਹੁਣ ਦੂਜੇ ਪਾਸੇ ਤੁਸੀਂ ਇਹ ਆ ਜਾਓ ਕਿ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਸੀਟਾਂ ਗਰਮ, ਉਹਦੇ ਪਿੱਛੇ ਇੱਕ ਕਹਾਣੀ ਹੈ। ਜਿਹਨੂੰ ਵੇਖੋ ਕੀ ਕਰਦੇ ਪਏ ਹੋ ਜੀ, PhD ਕਰਨਾ ਪਿਆ ਤੱਕ ਕਾਹਦੇ ਵਿੱਚ ਕਰਦੇ ਪਏ ਹੋ? ਮਜ਼ਾਮੀਨ ਉਹ ਹੋਣਗੇ ਜਿਹੜੇ ਕਿ ਸਾਰੇ ਸੋਸ਼ਲ ਸਾਇੰਸ, ਫਰਸੂਦਾ ਨਹੀਂ, ਫਰਸੂਦਾ ਨਹੀਂ ਨੇ, ਠੀਕ ਹੈ, ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਇਹ ਕਿ ਤੁਸੀਂ ਕੋਈ ਚੀਜ਼ ਪੇਟੈਂਟ ਕਰੋ ਨਾ ਜਿਹਦੇ ਨਾਲ ਮੁਲਕ ਨੂੰ ਫਾਇਦਾ ਹੋਵੇ। ਯਾਨੀ ਅਸੀਂ ਉਹ ਪੇਟੈਂਟ ਚੀਜ਼, ਪੇਟੈਂਟ ਪ੍ਰੋਡਕਟ ਵੇਚ ਸਕੀਏ। ਉਸ ਪੇਟੈਂਟ ਪ੍ਰੋਡਕਟ ਦੇ ਜ਼ਰੀਏ ਮੁਲਕ ਦੇ ਵਿੱਚ ਜਿਹੜੇ ਰੈਮਿਟੈਂਸਿਸ ਆਏ, ਰੈਮਿਟੈਂਸਿਸ ਆਉਣਗੇ, ਤੁਹਾਡਾ ਮੁਲਕ ਚੱਲੇਗਾ ਔਰ ਐਸਾ ਤਰੱਕੀ ਕਰੇਗਾ। ਸਾਡੇ ਕੋਲ ਤਾਂ ਬ੍ਰੇਨਸ ਹੀ ਬੜੇ ਜ਼ਬਰਦਸਤ ਨੇ। ਹਾਂ, ਗੱਲਾਂ ਬੜੀਆਂ ਕਰਨੀਆਂ ਸਨ ਅਸੀਂ, ਦਿਲ ਬੜਾ ਸੀ। ਮੇਰੇ ਢਾਏ ਅੱਜ ਜ਼ੁਬੈਰ ਮੁਨੱਵਰ ਚੜ੍ਹਿਆ ਸੀ, ਮੇਰਾ ਦਿਲ ਸੀ ਇਹਦੇ ਕੋਲ ਜ਼ਰਾ ਫਰੋਲਾ ਫਰਾਲੀ ਕਰੀਏ, ਪਰ ਕੀ ਕਰੀਏ? ਜਿਹੜਾ ਡਿਜੀਟਲ ਮੀਡੀਆ ਨਾ, ਇਹ ਨਿੱਕਾ ਜਿਹਾ ਮੀਡੀਆ, ਇਹ 10 ਮਿੰਟਾਂ ਦਾ, 15 ਮਿੰਟਾਂ ਦਾ, ਅੱਧੇ ਘੰਟੇ ਦਾ, ਇਸ ਤੋਂ ਉੱਪਰ ਨਹੀਂ ਜਾਂਦਾ। ਫਿਰ ਸਾਨੂੰ ਰੌਲਾ ਪੈ ਜਾਂਦਾ। ਆਪਣੇ ਯਾਰ, ਆਪਣੇ ਦੋਸਤ ਅਹਿਮਦ ਲਤੀਫ ਨੂੰ ਦਿਓ ਇਜਾਜ਼ਤ। ਅੱਲਾ ਬੇਲੀ।